ਅਜਿਹਾ ਕੀ ਗੁੱਸਾ ਆ ਗਿਆ ਮੱਲਨ ਸਾਹਿਬ ਕਿ ਸਿੱਧੂ ਮੂਸੇਵਾਲਾ ਦੇ ਖਿਲਾਫ ਤੁਸੀਂ ਮਾਨਹਾਨੀ ਦਾ ਦਾਅਵਾ ਕਰ ਰਹੇ ਹੋ? ਸਿੱਧੂ ਮੂਸੇਵਾਲਾ ਨੇ ਇੱਕ ਸੰਜੂ ਗਾਣਾ ਗਾਇਆ ਸੀ, ਉਹਦੇ ਵਿੱਚ ਉਹਨੇ ਬੋਲਿਆ ਸੀ ਕਿ ਸਾਡੇ ਕੋਲੋਂ ਭਾਲਦੇ ਆ ਮੀਲ ਸੁਣੀਏ, ਅਵਾ ਤਵਾ ਬੋਲਦੇ ਵਕੀਲ ਸੁਣੀਏ। ਹੁਣ ਉਹ ਅਵਾ ਤਵਾ ਕਿਹੜਾ ਸ਼ਬਦ ਹੈ, ਕਿਵੇਂ ਬੋਲਦੇ ਨੇ, ਉਹ ਪੁੱਛਣਾ, ਉਹਦੇ ਕੋਲ ਸਮਝਣਾ, ਟਿਊਸ਼ਨ ਰੱਖਾਂਗੇ ਨਾ ਉਹਦੇ ਕੋਲੋਂ। ਦੁਨੀਆ 'ਚ ਇੱਕੋ ਹੀ ਕੌਮ ਹੈ ਜਿਹਦੇ ਕੋਲ ਬੋਲਣ ਦਾ ਲਾਇਸੈਂਸ ਹੈ, ਉਹ ਹੈ ਵਕੀਲ। ਤੇ ਉਸ ਤੋਂ ਬਾਅਦ 2 ਨੰਬਰ ਤੇ ਜਰਨਲਿਸਟ ਆਉਂਦੇ ਨੇ, ਉਹਨਾਂ ਦੀ ਵੀ ਇੱਕ ਲਿਮਿਟੇਸ਼ਨ ਹੈ ਕਿ ਕੋਰਟ ਰੂਮ ਦੇ ਅੰਦਰ ਉਹ ਵੀ ਨਹੀਂ ਜਾ ਸਕਦੇ ਜਿੱਥੇ ਅਸੀਂ ਗਰਜਦੇ ਹਾਂ। ਸੋ ਗਾਇਕ ਜਿਹੜੇ ਆ ਗਾਇਕੀ ਤੱਕ ਰਹਿਣ, ਬਹੁਤ ਚੰਗੇ ਲੱਗਣਗੇ। ਇਸ ਗਾਣੇ ਵਿੱਚ ਪਾਰਟਿਕੂਲਰਲੀ ਇਸ ਮੂਸੇਵਾਲੇ ਨੇ ਇਹ ਸਾਬਤ ਕੀਤਾ ਵੀ ਕੋਰਟ ਕੇਸ ਹੋ ਜੇ, FIR ਹੋ ਜੇ ਤੇ ਬੜਾ ਹੀ ਤਮਗਾ ਲੱਗ ਜਾਂਦਾ ਮੋਢੇ ਤੇ ਕਿ ਬੜਾ ਵੱਡਾ ਮੈਡਲ ਜਿੱਤ ਲਿਆ, ਤੇ 5-7 ਸਾਲ ਜਿਹੜੀ ਸਜ਼ਾ ਹੈ ਉਹ ਕੁਝ ਵੀ ਨਹੀਂ ਹੈ। ਚੈਲੰਜ ਕਰਦਾ, ਕਿਹੜਾ ਮਰਜੀ ਵੱਡੇ ਤੋਂ ਵੱਡਾ ਪਿਓ ਦਾ ਪੁੱਤ ਹੋਵੇ, ਮਜੀਠੀਆ ਵੇਖ ਲਓ, ਅੰਦਰ ਜਾਣ ਦੇ ਲਾਲੇ ਪਏ ਤੇ ਜ਼ਮਾਨਤਾਂ ਵਾਸਤੇ ਸੁਪਰੀਮ ਕੋਰਟ ਤੱਕ ਭੱਜੇ ਨੇ। 1 ਘੰਟਾ ਨਹੀਂ ਜਾਇਆ ਜਾਂਦਾ, ਥਾਣੇ ਨਹੀਂ ਜਾਇਆ ਜਾਂਦਾ ਇਹੋ ਜਿਹਿਆਂ ਕੋਲੋਂ। ਤੇ ਹੁਣ ਮੈਂ ਇਹਨੂੰ ਓਪਨ ਚੈਲੰਜ ਕੀਤਾ ਵੀ ਪਿਓ ਦੇ ਪੁੱਤਰਾ ਕੱਲਾ ਆਈ, ਕਿਉਂਕਿ ਵਕੀਲ ਤੇ ਅਵਾ ਤਵਾ ਬੋਲਦੇ ਆ, ਉਹਨੂੰ ਨਾ ਲੈਣ ਲੈ ਕੇ ਆਈ, ਕੱਲਾ ਆਈ, ਸਿਰਫ ਤੈਨੂੰ ਕੋਈ ਕੁਝ ਨਹੀਂ ਕਹਿੰਦਾ, ਤੈਨੂੰ ਕੋਈ ਚਪੇੜ ਕੀ ਤੈਨੂੰ ਓਏ ਵੀ ਨਹੀਂ ਕਹਿੰਦਾ, ਲੋਕੀ ਸਗੋਂ ਤੇਰੇ ਆਟੋਗ੍ਰਾਫ ਲੈਣਗੇ। ਯੂਥ ਖਰਾਬ ਕਰ ਰਿਹਾ ਹੈ। ਯੂਥ ਨੂੰ ਲੱਗਦਾ ਕਿ ਸ਼ਾਇਦ ਵੀ ਕਿਸੇ ਨੂੰ ਬੰਦਾ ਮਾਰਨਾ ਬੜੀ ਚੰਗੀ ਗੱਲ ਹੈ, ਕੁੜੀਆਂ ਨੂੰ ਛੇੜਨਾ ਚੰਗੀ ਗੱਲ ਹੈ, ਉਹਨਾਂ ਨੂੰ ਇਦਾਂ ਗੰਦੇ ਮੰਦੇ ਕੱਪੜਿਆਂ 'ਚ ਘੁਮਾਉਣਾ ਚੰਗੀ ਗੱਲ ਹੈ। ਮੱਲਨ ਸਾਹਿਬ ਹੁਣ ਨਾ ਚੋਣਾਂ ਦੇ ਵਿੱਚ ਖੜ ਗਏ ਨੇ ਸਿੱਧੂ ਮੂਸੇਵਾਲਾ, ਬੜੀ ਬਰਬਾਦੀ ਹੈ, ਬੜੀ ਬਰਬਾਦੀ ਹੈ। ਕਿਵੇਂ ਜਿਸ ਬੰਦੇ ਦੀ ਨੂੰ ਕੁਝ ਸਕੋਪ ਨਹੀਂ ਪਤਾ, ਜਿਸ ਬੰਦੇ ਨੂੰ ਕੋਈ ਵਿਜ਼ਨ ਨਹੀਂ ਹੈ, ਜਿਸ ਬੰਦੇ ਦੇ ਨੂੰ ਬੋਲਣ ਦੀ ਅਕਲ ਨਹੀਂ ਹੈ, ਇਹੋ ਜਿਹੇ ਬੰਦੇ ਨੂੰ ਜੇ ਟਿਕਟ ਮਿਲਦੀ ਹੈ ਤੇ ਜਿਹੋ ਜੀ ਪਾਰਟੀ ਜਿਹੋ ਜਿਹੇ ਬੰਦੇ ਨੂੰ ਟਿਕਟ ਦਿੰਦੀ ਵੀ ਉਹਦਾ ਕੀ ਸਰੂਪ ਹੋਏਗਾ। ਤੂੰ ਕਦੀ ਵਕੀਲਾਂ ਨੂੰ ਅਵਾ ਤਵਾ ਕਵੇਂ, ਕਦੀ ਕਵੇਂ ਲੰਡੂ ਜੇ ਮੰਤਰੀ, ਤੇ ਕਦੀ ਕਵੇਂ ਉਹ ਕਰਦੇ ਨੇ ਚੁਗਲੀਆਂ ਤੇ ਚੱਜ ਦਾ ਵਿਚਾਰ। ਮਤਲਬ ਸਾਰੀ ਦੁਨੀਆ ਪਾਗਲ ਹੈ, ਤੂੰ ਕੱਲਾ ਹੀ ਸਿਆਣਾ ਓਏ। ਸਿੱਧੂ ਮੂਸੇਵਾਲਾ ਗਾਣਿਆਂ ਦੇ ਵਿੱਚ ਬੁੱਕਦੇ ਆ, ਪੱਟਾਂ ਤੇ ਹੱਥ ਮਾਰ ਕੇ ਕਹਿੰਦੇ ਨੇ ਕਿ ਹਾਂ ਆ ਗਿਆ ਸਿੱਧੂ ਮੂਸੇਵਾਲਾ, ਤੇ ਹੁਣ ਵੋਟਾਂ ਦੇ ਵਿੱਚ ਉਹ ਹੱਥ ਜੋੜ ਕੇ ਵੋਟਾਂ ਮੰਗ ਰਹੇ ਨੇ। ਇਹ ਪੱਟਾਂ ਤੇ ਹੱਥ ਮਾਰਨਾ ਜਾਂ ਵਲਗੈਰਿਟੀ ਦਿਖਾਉਣੀ ਜਾਂ ਇਹ ਸਾਰੇ ਕੰਮ ਕਰਨੇ, ਇਹ ਚੰਗੇ ਪਰਿਵਾਰਾਂ ਦੇ ਚੰਗੇ ਕੰਮ ਨਹੀਂ ਹੈ। ਦੂਜੀ ਗੱਲ, ਜੇ ਵੋਟਾਂ ਤੇ ਖਲੋ ਗਿਆ ਤੇ ਕੋਈ ਬਹੁਤ ਵੱਡਾ ਕੰਮ ਨਹੀਂ ਕਰਤਾ ਤੂੰ, ਔਰ ਖਲੋਣ ਤੋਂ ਬਾਅਦ ਜਿੱਤ ਕੇ ਦਿਖਾ, ਜੇ ਜਿੱਤ ਜਾਏ ਤੇ ਕੰਮ ਕਰਕੇ ਦਿਖਾ, ਮੰਨੀਏ ਤੈਨੂੰ ਕੁਛ ਹੈਗਾ। ਤੇ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਸਿਮਰਨ ਧਾਲੀਵਾਲ। ਸਿੱਧੂ ਮੂਸੇਵਾਲਾ ਹੁਣ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ। ਵਕੀਲਾਂ ਨੇ ਸਿੱਧੂ ਮੂਸੇਵਾਲਾ ਦੇ ਖਿਲਾਫ ਕਦਮ ਚੁੱਕ ਲਏ ਨੇ। ਸਾਡੇ ਨਾਲ ਮੱਲਨ ਸਾਹਿਬ ਨੇ, ਸੁਨੀਲ ਮੱਲਨ ਮੰਨੇ ਪਰ ਮੰਨੇ ਵਕੀਲ ਨੇ, ਉਹਨਾਂ ਨਾਲ ਗੱਲ ਕਰਦੇ ਕਿ ਅਜਿਹਾ ਕੀ ਹੋ ਗਿਆ, ਇੰਨਾ ਕੀ ਗੁੱਸਾ ਆ ਗਿਆ ਕਿ ਸਿੱਧੂ ਮੂਸੇਵਾਲਾ ਨੂੰ ਘੇਰਿਆ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਜਿਹਾ ਕੀ ਗੁੱਸਾ ਆ ਗਿਆ ਮੱਲਨ ਸਾਹਿਬ ਕਿ ਸਿੱਧੂ ਮੂਸੇਵਾਲਾ ਦੇ ਖਿਲਾਫ ਤੁਸੀਂ ਮਾਨਹਾਨੀ ਦਾ ਦਾਅਵਾ ਕਰ ਰਹੇ ਹੋ? ਦੇਖੋ, ਗੁੱਸਾ ਤੇ ਗੁੱਸੇ ਵਾਲੀ ਗੱਲ ਤੇ ਕੀਤਾ ਜਾਂਦਾ, ਉਹਦੇ 'ਚ ਹੀ ਸ਼ੋਭਾ ਦਿੰਦੇ ਆ। ਸਿੱਧੂ ਮੂਸੇਵਾਲਾ ਨੇ ਇੱਕ ਸੰਜੂ ਗਾਣਾ ਗਾਇਆ ਸੀ, ਉਹਦੇ ਵਿੱਚ ਉਹਨੇ ਬੋਲਿਆ ਸੀ ਕਿ ਸਾਡੇ ਕੋਲੋਂ ਭਾਲਦੇ ਆ ਮੀਲ ਸੁਣੀਏ, ਅਵਾ ਤਵਾ ਬੋਲਦੇ ਵਕੀਲ ਸੁਣੀਏ। ਹੁਣ ਉਹ ਅਵਾ ਤਵਾ ਕਿਹੜਾ ਸ਼ਬਦ ਹੈ, ਕਿਵੇਂ ਬੋਲਦੇ ਨੇ, ਉਹ ਪੁੱਛਣਾ, ਉਹਦੇ ਕੋਲ ਸਮਝਣਾ, ਟਿਊਸ਼ਨ ਰੱਖਾਂਗੇ ਨਾ ਉਹਦੇ ਕੋਲੋਂ, ਤਾਂ ਪੁੱਛਾਂਗੇ। ਦੁਨੀਆ 'ਚ ਇੱਕੋ ਹੀ ਕੌਮ ਹੈ ਜਿਹਦੇ ਕੋਲ ਬੋਲਣ ਦਾ ਲਾਇਸੈਂਸ ਹੈ, ਉਹ ਹੈ ਵਕੀਲ। ਤੇ ਉਸ ਤੋਂ ਬਾਅਦ 2 ਨੰਬਰ ਤੇ ਜਰਨਲਿਸਟ ਆਉਂਦੇ ਨੇ, ਉਹਨਾਂ ਦੀ ਵੀ ਇੱਕ ਲਿਮਿਟੇਸ਼ਨ ਹੈ ਕਿ ਕੋਰਟ ਰੂਮ ਦੇ ਅੰਦਰ ਉਹ ਵੀ ਨਹੀਂ ਜਾ ਸਕਦੇ ਜਿੱਥੇ ਅਸੀਂ ਗਰਜਦੇ ਹਾਂ। ਸੋ ਗਾਇਕ ਜਿਹੜੇ ਆ ਗਾਇਕੀ ਤੱਕ ਰਹਿਣ, ਬਹੁਤ ਚੰਗੇ ਲੱਗਣਗੇ। 2-3 ਗੁੱਸੇ ਨੇ ਸਾਨੂੰ ਇਹਨਾਂ ਦੇ, ਇਹ ਹੋਛੇ ਗਾਇਕਾਂ ਤੋਂ। ਸਾਡੀਆਂ ਧੀਆਂ ਭੈਣਾਂ ਨੂੰ ਨੰਗਿਆਂ ਵਿਖਾਉਂਦੇ ਨੇ, ਅੱਧੇ ਕੱਪੜਿਆਂ 'ਚ ਵਿਖਾਉਂਦੇ ਨੇ, ਡਰੱਗਸ ਵਿਖਾਉਂਦੇ ਨੇ, ਗਨਜ਼ ਦਿਖਾਉਂਦੇ ਨੇ, ਹੋਰ ਮਤਲਬ ਇਸ ਗਾਣੇ ਵਿੱਚ ਪਾਰਟਿਕੂਲਰਲੀ ਇਸ ਮੂਸੇਵਾਲੇ ਨੇ ਇਹ ਸਾਬਤ ਕੀਤਾ ਵੀ ਕੋਰਟ ਕੇਸ ਹੋ ਜੇ, FIR ਹੋ ਜੇ ਤੇ ਬੜਾ ਹੀ ਤਮਗਾ ਲੱਗ ਜਾਂਦਾ ਮੋਢੇ ਤੇ ਕਿ ਬੜਾ ਵੱਡਾ ਮੈਡਲ ਜਿੱਤ ਲਿਆ, ਤੇ 5-7 ਸਾਲ ਜਿਹੜੀ ਸਜ਼ਾ ਹੈ ਉਹ ਕੁਝ ਵੀ ਨਹੀਂ ਹੈ। ਮੈਂ ਚੈਲੰਜ ਕਰਦਾ, ਕਿਹੜਾ ਮਰਜੀ ਵੱਡੇ ਤੋਂ ਵੱਡਾ ਪਿਓ ਦਾ ਪੁੱਤ ਹੋਵੇ, ਮਜੀਠੀਆ ਵੇਖ ਲਓ, ਅੰਦਰ ਜਾਣ ਦੇ ਲਾਲੇ ਪਏ ਤੇ ਜ਼ਮਾਨਤਾਂ ਵਾਸਤੇ ਸੁਪਰੀਮ ਕੋਰਟ ਤੱਕ ਭੱਜੇ ਨੇ। 1 ਘੰਟਾ ਨਹੀਂ ਜਾਇਆ ਜਾਂਦਾ, ਥਾਣੇ ਨਹੀਂ ਜਾਇਆ ਜਾਂਦਾ ਇਹੋ ਜਿਹਿਆਂ ਕੋਲੋਂ। ਤੇ ਹੁਣ ਮੈਂ ਇਹਨੂੰ ਓਪਨ ਚੈਲੰਜ ਕੀਤਾ ਵੀ ਪਿਓ ਦੇ ਪੁੱਤਰਾ ਕੱਲਾ ਆਈ, ਕਿਉਂਕਿ ਵਕੀਲ ਤੇ ਅਵਾ ਤਵਾ ਬੋਲਦੇ ਆ, ਉਹਨੂੰ ਨਾ ਲੈਣ ਲੈ ਕੇ ਆਈ, ਕੱਲਾ ਆਈ, ਸਿਰਫ ਤੈਨੂੰ ਕੋਈ ਕੁਝ ਨਹੀਂ ਕਹਿੰਦਾ, ਤੈਨੂੰ ਕੋਈ ਚਪੇੜ ਕੀ ਤੈਨੂੰ ਓਏ ਵੀ ਨਹੀਂ ਕਹਿੰਦਾ, ਲੋਕੀ ਸਗੋਂ ਤੇਰੇ ਆਟੋਗ੍ਰਾਫ ਲੈਣਗੇ, ਤੇ ਸਿਕਿਉਰਿਟੀ ਤੇਰੀ ਗੇਟ ਤੇ ਰੱਖ ਜਾਣੀ ਉਹਨਾਂ ਨੇ। ਸਾਡੀ ਉਹਨਾਂ ਨੇ ਅੰਦਰ ਨਹੀਂ ਵੜਨ ਦੇਣੀ ਕੋਵਿਡ ਪ੍ਰੋਟੋਕੋਲ 'ਚ। ਕੱਲਾ ਇੱਕ ਵਾਰੀ ਅਦਾਲਤ 'ਚ ਪਹੁੰਚ ਕੇ ਗੱਲ ਕਰਕੇ ਵਿਖਾ ਆਪਣੀ। ਗਾਣੇ ਤੇ ਬੜੇ ਸੌਖੇ ਨੇ। ਮੇਰਾ ਯੂਥ ਖਰਾਬ ਕਰ ਰਿਹਾ ਹੈ। ਯੂਥ ਨੂੰ ਲੱਗਦਾ ਕਿ ਸ਼ਾਇਦ ਵੀ ਕਿਸੇ ਨੂੰ ਬੰਦਾ ਮਾਰਨਾ ਬੜੀ ਚੰਗੀ ਗੱਲ ਹੈ, ਕੁੜੀਆਂ ਨੂੰ ਛੇੜਨਾ ਚੰਗੀ ਗੱਲ ਹੈ, ਉਹਨਾਂ ਨੂੰ ਇਦਾਂ ਗੰਦੇ ਮੰਦੇ ਕੱਪੜਿਆਂ 'ਚ ਘੁਮਾਉਣਾ ਚੰਗੀ ਗੱਲ ਹੈ, ਜਾਂ ਕੁੜੀਆਂ ਨੂੰ ਵੀ ਇਹ ਲੱਗਦਾ ਕਿ ਸ਼ਾਇਦ ਇਹਦੇ ਨਾਲ ਕਰੇਜ਼ ਵੱਧਦਾ। ਤੁਸੀਂ ਵੀ ਆਇਓ ਦੁਨੀਆ 'ਚ, ਪ੍ਰੋਫੈਸ਼ਨਲ ਲਾਈਫ 'ਚ ਜੀਨੇ ਆ, ਕਜੇ ਟੱਕੇ ਰਹਿੰਦੇ ਆ। ਮੱਲਨ ਸਾਹਿਬ ਹੁਣ ਨਾ ਚੋਣਾਂ ਦੇ ਵਿੱਚ ਖੜ ਗਏ ਨੇ ਸਿੱਧੂ ਮੂਸੇਵਾਲਾ, ਬੜੀ ਬਰਬਾਦੀ ਹੈ, ਬੜੀ ਬਰਬਾਦੀ ਹੈ। ਕਿਵੇਂ ਜਿਸ ਬੰਦੇ ਦੀ ਨੂੰ
ਕੁਝ ਸਕੋਪ ਨਹੀਂ ਪਤਾ, ਜਿਸ ਬੰਦੇ ਨੂੰ ਕੋਈ ਵਿਜ਼ਨ ਨਹੀਂ ਹੈ, ਜਿਸ ਬੰਦੇ ਦੇ ਨੂੰ ਬੋਲਣ ਦੀ ਅਕਲ ਨਹੀਂ ਹੈ, ਇਹੋ ਜਿਹੇ ਬੰਦੇ ਨੂੰ ਜੇ ਟਿਕਟ ਮਿਲਦੀ ਹੈ ਤੇ ਜਿਹੋ ਜੀ ਪਾਰਟੀ ਜਿਹੋ ਜਿਹੇ ਬੰਦੇ ਨੂੰ ਟਿਕਟ ਦਿੰਦੀ ਵੀ ਉਹਦਾ ਕੀ ਸਰੂਪ ਹੋਏਗਾ ਔਰ ਉਹ ਕੀ ਚਾਹੁੰਦੇ ਨੇ ਔਰ ਸਾਡੇ ਯੂਥ ਨੂੰ ਕੀ ਭਲਾ ਕਰਕੇ ਦਿੰਦੇ ਪਏ ਨੇ। ਆਪਣੀ ਚਾਹੇ 10 ਕਰੋੜ ਦੀ ਕੋਠੀ ਪਾਉਂਦਾ ਰਵੇ, ਮੈਨੂੰ ਕੀ ਭਾ ਤੇ ਤੁਹਾਨੂੰ ਕੀ ਭਾ ਤੇ ਉਹ ਸੀ ਨਾ ਕਿ ਪਬਲਿਕ ਦਾ ਕੋਈ ਫਾਇਦਾ ਕਰਦਾ। ਔਰ ਇਹ ਵੀ ਦੇਖੋ ਗਰੀਬ ਘਰ ਚੋਂ ਨਿਕਲਿਆ, ਇਹਦੇ ਪਾਪਾ ਸਿਰਫ ਫਾਇਰਮੈਨ ਸੀ, ਛੋਟੀ ਜੀ ਪੋਸਟ ਤੇ ਬੜੀ ਨਿੱਕੀ ਜੀ ਫੈਮਿਲੀ ਤੋਂ ਨਿਕਲਿਆ। ਖੁਸ਼ੀ ਹੁੰਦੀ ਤੂੰ ਤਰੱਕੀ ਕੀਤੀ ਹੈ, ਬਟ ਮੇਰੇ ਮੋਢੇ ਤੇ ਰੱਖ ਕੇ ਪੈਰ ਤੈਨੂੰ ਉੱਤੇ ਨਹੀਂ ਚੜਨ ਦਿੰਦੇ ਅਸੀਂ। ਤੂੰ ਕਦੀ ਵਕੀਲਾਂ ਨੂੰ ਅਵਾ ਤਵਾ ਕਵੇਂ, ਕਦੀ ਕਵੇਂ ਲੰਡੂ ਜੇ ਮੰਤਰੀ, ਤੇ ਕਦੀ ਕਵੇਂ ਉਹ ਕਰਦੇ ਨੇ ਚੁਗਲੀਆਂ ਤੇ ਚੱਜ ਦਾ ਵਿਚਾਰ। ਮਤਲਬ ਸਾਰੀ ਦੁਨੀਆ ਪਾਗਲ ਹੈ, ਤੂੰ ਇਕੱਲਾ ਹੀ ਸਿਆਣਾ ਓਏ। ਮਲਨ ਸਾਹਿਬ ਕੀ ਸੋਚਦੇ ਹੋ ਕਿ ਸਿੱਧੂ ਮੂਸੇਵਾਲਾ ਜਿਨ੍ਹਾਂ ਤੇ ਆਰਮਸ ਐਕਟ ਨੂੰ ਲੈ ਕੇ ਵੀ, ਹਥਿਆਰਾਂ ਨੂੰ ਲੈ ਕੇ ਵੀ ਉਹਨਾਂ ਤੇ ਕੇਸ ਦਰਜ ਹੈ, ਹੋਰ ਵੀ ਕਹਿੰਦੇ ਬਦਮਾਸ਼ੀਆਂ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਬੜੇ ਅੱਗੇ ਨੇ, ਤੇ ਕੀ ਸੋਚਦੇ ਹੋ ਕਿ ਚੋਣਾਂ ਦੇ ਵਿੱਚ ਆ ਕੇ ਜੇ ਜਿੱਤ ਕੇ ਤੇ ਪੰਜਾਬ ਦਾ ਭਵਿੱਖ ਕੀ ਹੋਏਗਾ? ਪਰਚਾ ਨੰਬਰ 35 ਥਾਣਾ ਸਦਰ ਮਾਨਸਾ, ਪਰਚਾ ਨੰਬਰ 35 2020 ਥਾਣਾ ਸਦਰ ਮਾਨਸਾ, ਪਰਚਾ ਦਰਜ ਹੈ ਇਹਦੇ ਤੇ। ਉਹਦੀ ਵੀ ਰਿਪੋਰਟ ਮੰਗਾਈ ਹੈ, ਮੈਂ ਉਹਦਾ ਜ਼ਿਕਰ ਵੀ ਕੀਤਾ ਹੈ। ਔਰ ਇਹੋ ਜਿਹੇ ਬੰਦੇ, ਠੀਕ ਹੈ, ਫਿਲਮੀ ਦੁਨੀਆ ਇੱਕ ਵੱਖਰੀ ਦੁਨੀਆ ਹੈ, ਉਹਦਾ ਇੱਕ ਵੱਖਰਾ ਕਿਰਦਾਰ, ਵੱਖਰਾ ਉਹ ਹੈ, ਪਰ ਸੋਸ਼ਲੀ ਇਹ ਬੰਦਾ ਕੈਸਾ ਹੈ ਉਹਦੇ ਵਿੱਚ ਤੇ ਪਰਚਾ ਦਰਜ ਹੈ, ਇੱਕ ਅਕਿਊਜ਼ ਹੈ, ਦੋਸ਼ੀ ਹੈ। ਇਹਦੀ ਕੈਨੇਡਾ ਦੀ ਐਂਟਰੀ ਬੈਨ ਕਰਾਉਣੀ ਮੈਂ ਹਲੇ, ਇਹਦਾ ਫੌਰਨ ਜਾਣਾ ਬੈਨ ਕਰਾਉਣਾ ਉਸ ਪਰਚੇ 'ਚ। ਉਹਦੀ ਵੀ ਮੈਂ ਆਰਟੀਆਈ ਪਾ ਕੇ ਰਿਪੋਰਟ ਮੰਗੀ, ਉਹਦੀ ਵੀ ਅਦਾਲਤ 'ਚ ਕੇਸ ਪੁੱਛਿਆ ਔਰ ਕਾਰਵਾਈ ਪੂਰੀ ਚਲਾਉਂਗਾ। ਜਿਹੜੇ ਬੰਦੇ ਤੇ FIR ਦਰਜ ਹੈ, ਹਾਂ ਮੈਟਰੀਮੋਨੀਅਲ ਕੇਸਿਸ ਵੱਖਰੀ ਚੀਜ਼ ਹੈ, ਜਿਹੜੇ ਬੰਦੇ ਤੇ FIR ਦਰਜ ਹੈ ਉਹ ਦੋਸ਼ੀ ਹੈ ਔਰ ਇੱਕ ਅਕਿਊਜ਼ ਦੇ ਨਾਤੇ ਹੁੰਦਾ ਉਹ। ਨਾਓ ਹੀ ਇਜ਼ ਏ ਅਕਿਊਜ਼। ਕੱਲ ਨੂੰ ਇਹਨੂੰ ਭਾਵੇਂ 600 ਰੁਪਏ ਸਜ਼ਾ ਹੋਵੇ, ਦੀ ਕਨਵਿਕਸ਼ਨ ਤੇ ਕਨਵਿਕਸ਼ਨ ਹੈ। ਆਪਣੇ ਪਾਸਪੋਰਟ ਨੂੰ ਰਿਨਿਊ ਕਰਾਉਣ ਲੱਗਿਆ ਇਹ ਨਹੀਂ ਲਿਖ ਸਕਦਾ ਆ ਮੇਰੇ ਤੇ ਕੋਈ ਪਰਚਾ ਦਰਜ ਨਹੀਂ ਤੇ ਮੈਨੂੰ ਕਨਵਿਕਸ਼ਨ ਕਿਤੋਂ ਨਹੀਂ ਹੋਈ। ਸਾਰੀ ਉਮਰ ਦੀ ਸਜ਼ਾ ਹੈ, ਇਹਨੂੰ ਕੋਈ ਆਸਾਨੀ ਨਾ ਸਮਝੇ। ਨੋ ਡਾਊਟ ਪਬਲਿਕ ਨੂੰ ਜਾਂ ਆਪਣੀ ਜਵਾਨ ਜਿਹੜੀ ਪਨੀਰੀ ਉੱਡਦੀ ਪਈ ਹੈ, ਜਿਨ੍ਹਾਂ ਨੂੰ ਅਸੀਂ ਸਮਝਾਉਣਾ ਹੈ। ਤੁਸੀਂ ਜੇ ਅਸੀਂ ਮਾਂ ਪਿਓ ਹਾਂ ਤੇ ਅਸੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ, ਇਸੇ ਤਰ੍ਹਾਂ ਸੁਸਾਇਟੀ ਦੇ ਬੱਚਿਆਂ ਨੂੰ ਵੀ ਅਸੀਂ ਸਮਝਾਉਣਾ ਹੈ। ਤੇ ਜੇ ਉਹਨਾਂ ਨੂੰ ਅਸੀਂ ਇਹੋ ਜਿਹੀਆਂ ਹਰਕਤਾਂ ਕਰਕੇ ਸਮਝਾਵਾਂਗੇ ਜਿਹਦੇ ਵਿੱਚ ਉਹਨਾਂ ਦਾ ਦਿਮਾਗ ਉਸ ਪਾਸੇ ਜਾਏਗਾ ਤੇ ਕਿੱਦਾਂ ਗੱਡੀ ਚੱਲੂਗੀ? ਸਿੱਧੂ ਮੂਸੇਵਾਲਾ ਗਾਣਿਆਂ ਦੇ ਵਿੱਚ ਬੁੱਕਦੇ ਆ, ਪੱਟਾਂ ਤੇ ਹੱਥ ਮਾਰ ਕੇ ਕਹਿੰਦੇ ਨੇ ਕਿ ਹਾਂ ਆ ਗਿਆ ਸਿੱਧੂ ਮੂਸੇਵਾਲਾ, ਤੇ ਹੁਣ ਵੋਟਾਂ ਦੇ ਵਿੱਚ ਉਹ ਹੱਥ ਜੋੜ ਕੇ ਵੋਟਾਂ ਮੰਗ ਰਹੇ ਨੇ, ਘਰ ਘਰ ਜਾ ਰਹੇ ਨੇ। ਕਈ ਥਾਵਾਂ ਤੇ ਵਿਰੋਧ ਹੁੰਦਾ ਹੈ, ਕਈ ਥਾਵਾਂ ਤੇ ਬੜਾ ਸਨਮਾਨ ਮਿਲਦਾ। ਹੁਣ ਪਿੱਛੇ ਜੇ ਉਹਨਾਂ ਨੇ ਗਾਣਾ ਵੀ ਕੱਢਿਆ ਕਿ ਚਿੱਟਾ ਕੁੜਤਾ ਪਜਾਮਾ ਜੱਟ ਪਾਉਣ ਲੱਗਿਆ, ਲੱਗਦਾ ਹੈ ਖੜਾ ਹੋਊਗਾ ਵੋਟਾਂ ਦੇ ਵਿੱਚ, ਹਨਾ। ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਕਿ ਯੂਥ ਹੈ ਜਿਹੜੀ ਉਹ ਕਿਤੇ ਗਲਤ ਸਟੈਂਡ ਦੇ ਵਿੱਚ ਜਾ ਰਹੀ ਹੈ, ਕਿਤੇ ਜਿਹੜੀ ਇਹਨਾਂ ਦੇ ਪਿੱਛੇ ਜਿਹੜੀ ਯੂਥ ਲੱਗੀ ਹੈ ਉਹਨਾਂ ਬਾਰੇ ਕੀ ਸੋਚਣਾ ਤੁਹਾਡਾ? ਸਭ ਤੋਂ ਪਹਿਲਾਂ ਤੇ ਇਹਦੇ ਆਪਣੇ ਬਾਰੇ ਸੋਚੋ ਨਾ, ਕਿ ਪੱਟਾਂ ਤੇ ਹੱਥ ਮਾਰਨਾ ਜਾਂ ਵਲਗੈਰਿਟੀ ਦਿਖਾਉਣੀ ਜਾਂ ਇਹ ਸਾਰੇ ਕੰਮ ਕਰਨੇ, ਇਹ ਚੰਗੇ ਪਰਿਵਾਰਾਂ ਦੇ ਚੰਗੇ ਕੰਮ ਨਹੀਂ ਹੈ। ਦੂਜੀ ਗੱਲ, ਜੇ ਵੋਟਾਂ ਤੇ ਖਲੋ ਗਿਆ ਤੇ ਕੋਈ ਬਹੁਤ ਵੱਡਾ ਕੰਮ ਨਹੀਂ ਕਰਤਾ ਤੂੰ, ਔਰ ਖਲੋਣ ਤੋਂ ਬਾਅਦ ਜਿੱਤ ਕੇ ਦਿਖਾ। ਜੇ ਜਿੱਤ ਜਾਏ ਤੇ ਕੰਮ ਕਰਕੇ ਦਿਖਾ, ਮੰਨੀਏ ਤੈਨੂੰ ਕੁਛ ਹੈਗਾ। ਤੇ ਮੈਂ ਫਿਰ ਬਾਰ-ਬਾਰ ਕਹਿੰਦਾ ਕਿ ਅਦਾਲਤ ਆ ਕੇ ਵਿਖਾ ਕੱਲਾ। ਕੀ ਕਦਮ ਚੁੱਕ ਰਹੇ ਹੋ ਹੁਣ ਇਸ ਜਿਹੜਾ ਤੁਸੀਂ ਹੁਣ ਇਹ ਜਿਹੜਾ ਕਦਮ ਚੁੱਕ ਹੀ ਲਿਆ ਸਿੱਧੂ ਮੂਸੇਵਾਲਾ ਦੇ ਖਿਲਾਫ, ਤਾਂ ਕੀ ਅੱਗੇ ਪੁਖਤਾ ਕੀ ਕੰਮ ਕਰ ਰਹੇ ਹੋ? ਦੇਖੋ ਇਹ ਲਾਈਨਾਂ ਤੇ ਪਬਲਿਕ ਮੀਡੀਆ 'ਚ ਅਵੇਲੇਬਲ ਨੇ, ਇੱਥੋਂ ਮੁੱਕਰ ਸਕਦਾ ਨਹੀਂ ਜੀ। ਤੇ ਮੁੱਕਰ ਸਕਦਾ ਨਹੀਂ ਤੇ ਮੈਨੂੰ ਬੇਇੱਜ਼ਤੀ ਮਹਿਸੂਸ ਹੋਈ ਹੈ, ਮੇਰੇ ਵਕੀਲ ਭਾਈਚਾਰੇ ਪ੍ਰਤੀ ਬੇਇੱਜ਼ਤੀ ਮਹਿਸੂਸ ਹੋਈ ਹੈ। ਹਲੇ ਮੈਂ ਆਪਣੀ ਬਾਰ ਕੌਂਸਲ ਨੂੰ ਤੇ ਡਿਸਟ੍ਰਿਕਟ ਬਾਰ ਨੂੰ ਇੰਟੀਮੇਟ ਕਰਨਾ ਹੈ, ਸ਼ਾਇਦ ਇਹਨੂੰ ਵਕੀਲ ਵੀ ਕੋਈ ਨਾ ਮਿਲੇ, ਕਿਉਂਕਿ ਵਕੀਲ ਤੇ ਅਵਾ ਤਵਾ ਬੋਲਦੇ ਨੇ। ਇਹ ਹੁਣ ਕੋਈ ਆਪਣਾ ਹੀ ਲੈ ਕੇ ਆਏਗਾ। ਔਰ ਮਾਨਯੋਗ ਕੋਰਟ ਨੇ ਕੱਲ ਜਿਹੜਾ ਮੈਂ ਕੇਸ ਪਾਇਆ ਸੀ ਉਹਦੇ ਵਿੱਚ ਲਿਖਿਆ, ਸ਼੍ਰੀ ਸੁਨੀਲ ਮੱਲਨ ਐਡਵੋਕੇਟ ਇਨ ਪਰਸਨ, ਫਰੈਸ਼ ਸਿਵਲ ਕੇਸ ਰਿਸੀਵਡ ਬਾਈ ਵੇ ਆਫ ਇੰਟਰਸਟਮੈਂਟ ਰਿਪੋਰਟ ਟੂ ਰੀਡਰ, ਰਿਪੋਰਟ ਆਫ ਰੀਡਰ ਸੀਨ ਰਜਿਸਟਰਡ, ਲੈਟ ਨੋਟਿਸ ਆਫ ਦੀ ਪ੍ਰੈਜ਼ੈਂਟ ਸੂਟ ਬੀ ਇਸ਼ੂਡ ਟੂ ਦਾ ਡਿਫੈਂਡੈਂਟਸ ਫॉर 2-3 ਫॉर ਫਾਈਲਿੰਗ, ਮਤਲਬ ਜੋ ਵੀ ਸਾਡਾ ਲੀਗਲ ਪ੍ਰੋਸੈਸ ਹੈ। ਔਰ ਇਸ਼ੂਡ ਦਸਤੀ RC AD ਔਰ ਸਾਰਾ ਕੁਝ ਉਹਨਾਂ ਨੇ ਨਾਲ ਸਾਰੇ ਆਰਡਰ ਕਰਤੇ ਵੀ ਇਹਨੂੰ ਜਿੱਦਾਂ ਮਰਜ਼ੀ ਸਰਵ ਕਰਾਇਆ ਜਾਵੇ। ਤੇ ਇਹਦੇ ਤੇ ਮੈਂ ਇਨੀਸ਼ੀਅਲੀ ਰਿਕੁਐਸਟ ਕਰਤੀ ਸੀ ਕਿ ਇਹ ਬੰਦਾ ਇਹ ਫਰਾਡ ਹੈ, ਇਹ ਬੰਦਾ ਅਵੇਡਰ ਹੈ। ਇਹਨੂੰ ਮੈਂ ਨੋਟਿਸ ਪਾਇਆ ਨੇ ਲਏ ਨਹੀਂ, ਠੀਕ ਹੈ। ਪਹਿਲਾਂ ਨੋਟਿਸ ਪਾਇਆ ਲਿਖਤਾ ਲੈਣੇ ਸੇ ਇਨਕਾਰੀ, ਫਿਰ ਮੈਂ ਸਰਪੰਚ ਨੂੰ ਮੌਕੇ ਦੇ ਪਿੰਡ ਦੇ ਨੂੰ ਪਾਇਆ, ਉਹਨੇ ਵੀ ਲੈਣੇ ਤੋਂ ਇਨਕਾਰੀ। ਜਦੋਂ ਉਹਨਾਂ ਨੇ ਲੈਣੇ ਤੋਂ ਇਨਕਾਰੀ ਕੀਤੀ, ਆਪਾਂ ਕੋਰਟ ਨੂੰ ਰਿਕੁਐਸਟ ਕੀਤੀ ਕਿ ਇਹਨੂੰ ਥਰੂ ਇੱਕ ਤੇ ਪੁਲਿਸ ਸਰਵ ਕਰਾਇਆ ਜਾਵੇ, ਨੰਬਰ 2 ਇਹਦੀ ਇੰਟਰਨੈਸ਼ਨਲ ਐਂਟਰੀ ਬੈਨ ਕੀਤੀ ਜਾਵੇ। ਸੋ ਕੋਰਟ ਨੇ ਕਿਹਾ ਵੀ ਪਹਿਲੀ ਸਟੇਜ ਤੇ ਮੈਂ ਨਹੀਂ ਕਰਨੀ, ਸੈਕਿੰਡ ਸਟੇਜ ਤੇ ਇੱਕ ਵਾਰੀ ਅਪੀਅਰ ਹੋਵੇ ਕੋਰਟ 'ਚ,
ਤੇ ਹੋਏਗੀ ਜੇ ਅਪੀਅਰ ਨਾ ਹੋਇਆ ਤੇ ਕੀ ਮੰਗ ਹੈ ਮੱਲਨ ਸਾਹਿਬ, ਕੀ ਮੰਗ ਹੈ ਸਿੱਧੂ ਮੰਗ ਬੜੀ ਕਲੀਅਰ ਹੈ ਕਿ ਜਿੰਨੇ ਵੀ ਪੈਸੇ ਇਹਨੇ ਇਸ ਗਾਣੇ ਤੋਂ ਕਮਾਏ ਨੇ ਐਡਵੋਕੇਟ ਵੈਲਫੇਅਰ ਫੰਡ 'ਚ ਜਮ੍ਹਾਂ ਕਰਾ ਦੇ, ਮੈਨੂੰ 2 ਰੁਪਏ ਨਹੀਂ ਚਾਹੀਦੇ। ਨੰਬਰ 1। ਨੰਬਰ 2, ਰਿਟਨ ਤੇ ਪਬਲਿਕ ਅਪੋਲੋਜੀ ਪ੍ਰੈਸ ਮੀਡੀਆ ਨੂੰ ਬੁਲਾ ਕੇ ਲੈਣੀ ਹੈ। ਤੇ ਤੀਸਰੀ ਚੀਜ਼ ਇਹਦੇ ਤੇ FIR ਦੀ ਡਿਮਾਂਡ ਕੀਤੀ ਹੈ। ਬਾਕੀ ਤੇ ਸਾਰੇ ਛੋਟੇ ਛੋਟੇ ਜਿਹੇ ਹੈਗੇ ਨੇ, ਬਾਹਰ ਰੋਕਣਾ, ਇਹਦੇ ਪਾਸਪੋਰਟ ਰੱਦ ਕਰਾਣੇ, ਛੋਟੀਆਂ ਮੋਟੀਆਂ ਗੱਲਾਂ ਉਹ ਅਸੀਂ ਵੱਖਰੀਆਂ ਚੱਲਣਗੀਆਂ, ਦੇਖਦੇ ਹਾਂ ਕੀ ਬਣਦਾ। ਸੋ ਇੱਕੋ ਗੱਲ ਮੈਂ ਕਹਿੰਦਾ, ਅਸੀਂ ਵੀ ਗਾਣਾ ਲਿਖਤਾ, ਵੱਡੇ ਵੱਡੇ ਸੂਰਮੇ ਵੀ ਬਹਿ ਜਾਂਦੇ ਪੈਰਾਂ ਭਾਰ, ਵਕੀਲ ਸਾਹਿਬ ਜਿੱਥੇ ਜਾ ਕੇ ਖੜ ਜਾਂਦੇ ਨੇ। ਇਹ ਗਾਣਾ ਮੈਂ ਉਦੋਂ ਰਿਲੀਜ਼ ਕਰਨਾ ਜਿੱਦਣ ਇਹਨੂੰ ਪੈਰਾਂ ਭਾਰ ਪਾਉਣਾ। ਜੀ ਮਿਹਰਬਾਨੀ। ਇਹ ਸੀ ਸਾਡੇ ਨਾਲ ਮੱਲਨ ਸਾਹਿਬ। ਤੁਸੀਂ ਸੁਣਿਆ ਕਿ ਸਿੱਧੂ ਮੂਸੇਵਾਲਾ ਦੇ ਖਿਲਾਫ ਜਿਹੜੀ ਮਾਨਹਾਨੀ ਦਾ ਜਿਹੜਾ ਦਾਵਾ ਉਹ ਮੱਲਨ ਸਾਹਿਬ ਵੱਲੋਂ ਕਰ ਦਿੱਤਾ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਮੂਸੇਵਾਲਾ ਦਾ ਅਗਲਾ ਕਦਮ ਕੀ ਹੋਵੇਗਾ, ਕੀ ਕੋਰਟ ਵੱਲੋਂ ਕੀ ਆਦੇਸ਼ ਹੁੰਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਤੁਸੀਂ ਦੇਖਦੇ ਰਹੋ ਹਮਦਰਦ TV। ਕੈਮਰਾਮੈਨ ਮੋਹਨ ਦੇ ਨਾਲ ਮੈਂ ਸਿਮਰਨ। ਸਤਿ ਸ਼੍ਰੀ ਅਕਾਲ।